हाँ जी, ਹੈਲੋ ਸਟੂਡੈਂਟਸ। ਸਾਡੀ ਸਟੈਟਿਕਸ ਦੀ ਜੋ ਸੀਰੀਜ਼ ਚੱਲਦੀ ਪਈ ਆ ਲੈਕਚਰਸ ਦੀ, ਉਹਦਾ ਅਸੀਂ ਲੈਕਚਰ 14 ਕਰਨ ਜਾ ਰਹੇ ਹਾਂ। ਸੈਕੰਡ ਚੈਪਟਰ ਕਰਦੇ ਪਏ ਹਾਂ ਅਸੀਂ, ਫੋਰਸਿਸ ਐਕਟਿੰਗ ਐਟ ਏ ਪੁਆਇੰਟ। ਲੈਮੀ ਥਿਊਰਮ ਨਾਲ ਰਿਲੇਟਡ ਐਕਸਰਸਾਈਜ਼ ਆ। ਅੱਜ ਲਾਸਟ ਲੈਕਚਰ ਹੋਏਗਾ। ਅੱਜ ਮੈਂ ਇਹ ਕੰਪਲੀਟ ਕਰਨ ਜਾ ਰਿਹਾ ਐਕਸਰਸਾਈਜ਼। ਕੁਐਸਚਨ ਨੰਬਰ 12 ਆ ਅਤੇ ਬਹੁਤ ਹੀ ਵਧੀਆ ਇੱਕ ਇੰਪੋਰਟੈਂਟ ਕੁਐਸਚਨ ਅਸੀਂ ਕਰਨ ਜਾ ਰਹੇ ਹਾਂ। ਉਮੀਦ ਕਰਦਾ ਕਿ ਤੁਹਾਨੂੰ ਇਹ ਮੇਰੇ ਲੈਕਚਰਾਂ ਦੀ ਜਿਹੜੀ ਸੀਰੀਜ਼ ਹੈ ਤੁਹਾਨੂੰ ਸਮਝ ਆ ਰਹੀ ਹੋਏਗੀ। ਹੁਣ ਕੁਐਸਚਨ ਕਰਨ ਜਾ ਰਹੇ ਹਾਂ ਜੀ। ABC are 3 points on circumference of circle. Forces PQ are acting along AB, BC and tangent at B are in equilibrium. Show that PQ are ਇਨਵਰਸਲੀ ਪ੍ਰਪੋਰਸ਼ਨਲ ਟੂ ਸਾਈਡਸ AB ਐਂਡ BC। ਇਹ ਅਸੀਂ ਸ਼ੋਅ ਕਰਨਾ। ਕੀ ਗਿਵਨ ਆ? ਇੱਕ ਗਿਵਨ ਆ ਸਰਕਲ। ਸਭ ਤੋਂ ਪਹਿਲਾਂ ਅਸੀਂ ਇੱਕ ਸਰਕਲ ਡਰਾ ਕਰਦੇ ਹਾਂ, ਸੋ ਬੜੇ ਹੀ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੀਓ। ਸਭ ਤੋਂ ਪਹਿਲਾਂ ਅਸੀਂ ਇੱਕ ਸਰਕਲ ਡਰਾ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਇੱਕ ਸਰਕਲ ਡਰਾ ਕਰਾਂਗੇ। ਹਾਂਜੀ, ਆਪਾਂ ਇੱਕ ਸਰਕਲ ਡਰਾ ਕਰਨ ਜਾ ਰਹੇ ਹਾਂ। ਇੱਕ ਸਰਕਲ ਡਰਾ ਕਰਨ ਜਾ ਰਹੇ ਹਾਂ। ਦੁਬਾਰਾ ਡਰਾ ਕਰ ਲੈਂਦੇ ਹਾਂ। ਹਾਂਜੀ, ਇੱਕ ਸੋਹਣਾ ਜਿਹਾ ਸਰਕਲ ਡਰਾ ਕਰਾਂਗੇ। ਹਾਂਜੀ, ਇਹ ਆ ਜੀ ਸਾਡਾ ਸਰਕਲ। ਥੋੜ੍ਹਾ ਜਿਹਾ ਵੱਡੇ ਬਣ ਗਿਆ ਸਰਕਲ, ਕੋਈ ਗੱਲ ਨਹੀਂ। ਹਾਂਜੀ, ਕੀ ਕਹਿ ਰਿਹਾ? ABC are 3 points on circumference of circle। ਸਰਕਲ 'ਤੇ ਕਿਤੇ ਵੀ ਅਸੀਂ ਨਾ 3 ਪੁਆਇੰਟਸ ਲੈਣੇ ਆ। ਸਪੋਜ਼ ਕਰੋ ਮੈਂ ਇੱਕ ਪੁਆਇੰਟ ਇੱਥੇ ਲੈਣਾ, ਇੱਕ ਪੁਆਇੰਟ ਮੈਂ ਇੱਥੇ ਲੈ ਲੈਣਾ ਐਂਡ ਇੱਕ ਪੁਆਇੰਟ ਮੈਂ ਇੱਥੇ ਕਿਤੇ ਲੈ ਲੈਣਾ। 3 ਪੁਆਇੰਟਸ ਲੈਣੇ ਅਸੀਂ। ਸੋ ਇੱਕ ਪੁਆਇੰਟ ਹੋ ਗਿਆ A, ਇੱਕ ਹੋ ਗਿਆ B, ਇੱਕ ਹੋ ਗਿਆ C। ਇਹ ਹੋ ਗਿਆ ਪੁਆਇੰਟ A, ਇਹ ਵਾਲਾ ਪੁਆਇੰਟ ਹੋ ਗਿਆ B ਐਂਡ ਇਹ ਪੁਆਇੰਟ ਹੋ ਗਿਆ C। ਹੁਣ ਅਸੀਂ ਇਹਨਾਂ ਨੂੰ ਮਿਲਾ ਦਾਂਗੇ। ਹੁਣ ਇਹਨਾਂ ਨੂੰ ਅਸੀਂ ਜੁਆਇਨ ਕਰ ਦਈਏ। ਲਓ ਜੀ, ਇਹਨਾਂ ਨੂੰ ਅਸੀਂ ਜੁਆਇਨ ਕਰ ਦਿੱਤਾ। ਹਾਂਜੀ, ਇਸ ਤਰੀਕੇ ਅਸੀਂ ਇਹਨਾਂ ਨੂੰ ਜੁਆਇਨ ਕਰ ਦਾਂਗੇ। ਇੱਦਾਂ ਹੀ ਅਸੀਂ ਇਹਨੂੰ ਵੀ ਆਪਸ ਵਿੱਚ ਮਿਲਾ ਰਹੇ ਹਾਂ। ਹਾਂਜੀ, ਇੱਕ B 'ਤੇ ਅਸੀਂ ਟੇਂਜੈਂਟ ਬਣਾਉਣਾ, ਇੱਕ ਅਸੀਂ B 'ਤੇ ਬਣਾਵਾਂਗੇ ਟੇਂਜੈਂਟ। ਹਾਂਜੀ, ਇਹ ਅਸੀਂ ਬਣਾ ਲਿਆ ਟੇਂਜੈਂਟ। ਇਹਨੂੰ ਮੈਂ ਥੋੜ੍ਹਾ ਅੱਗੇ ਪ੍ਰੋਡਿਊਸ ਕਰ ਦਿੰਦਾ। ਇਹਨੂੰ ਅਸੀਂ ਥੋੜ੍ਹਾ ਜਿਹਾ ਅੱਗੇ ਵੀ ਪ੍ਰੋਡਿਊਸ ਕਰ ਦਈਏ ਇਸ ਤਰੀਕੇ। ਹਾਂਜੀ, ਹੁਣ ਸਮਝਣ ਦੀ ਕੋਸ਼ਿਸ਼ ਕਰੀਏ ਕਿ ਕੁਐਸਚਨ ਕੀ ਕਹਿ ਰਿਹਾ ਸਾਨੂੰ। ABC are 3 points on circumference of circle। ਓਕੇ, A, B, C 3 ਪੁਆਇੰਟ। ਇਹਨੂੰ ਵੀ ਅਸੀਂ ਮਿਲਾ ਲੈਂਦੇ ਹਾਂ। ਇਹਨੂੰ ਵੀ ਮਿਲਾ ਲਈਏ, ਇੱਕ ਟ੍ਰਾਇੰਗਲ ਬਣ ਜਾਏਗੀ। ਲਓ ਜੀ, ਇਹ ਵੀ ਅਸੀਂ ਮਿਲਾ ਲਿਆ। ਹਾਂਜੀ, ਉਸ ਤੋਂ ਬਾਅਦ ਫੋਰਸਿਸ ਕਿਹੜੀਆਂ? ਫਸਟ P ਐਕਟਿੰਗ ਅਲੋਂਗ AB ਸੌਰੀ, P ਐਕਟਿੰਗ ਅਲੋਂਗ A to B, P ਐਕਟਿੰਗ ਅਲੋਂਗ A to B। ਓਕੇ, ਦੈਨ Q ਅਲੋਂਗ BC, B to C। Q ਫੋਰਸ ਲੱਗ ਰਹੀ ਆ ਇਸ ਡਾਇਰੈਕਸ਼ਨ ਦੇ ਅੰਦਰ, B to C, Q ਫੋਰਸ। ਓਕੇ, ਦੈਨ R ਐਕਟਿੰਗ ਅਲੋਂਗ ਟੇਂਜੈਂਟ ਐਟ B। ਇਹ ਰਿਹਾ ਸਾਡਾ ਟੇਂਜੈਂਟ। R ਫੋਰਸ ਟੇਂਜੈਂਟ ਦੇ ਅਲੋਂਗ ਲੱਗਦੀ ਹੈ। ਹੁਣ ਲਗਾਈਏ ਕਿੱਧਰਲੇ ਬੰਨੇ, ਅਪਵਰਡ ਲਾਈਏ ਜਾਂ ਡਾਊਨਵਰਡ ਲਗਾਈਏ, ਇਹ ਸਮਝਣ ਦੀ ਕੋਸ਼ਿਸ਼ ਕਰੀਓ ਕਿੱਧਰ ਨੂੰ ਲਗਾਉਣੀ ਆ। ਇਸ ਤਰੀਕੇ ਲਗਾਉਣੀ ਆ ਕਿ ਸਾਡੀਆਂ P, Q, R ਜਿਹੜੀਆਂ ਫੋਰਸਿਸ ਹੋਣਗੀਆਂ ਉਹ ਇਕੁਇਲਿਬਰੀਅਮ 'ਚ ਰਹਿਣ, ਇੱਕ ਦੂਜੇ ਨੂੰ ਬੈਲੈਂਸ ਕਰਨ। ਓਕੇ, ਹੁਣ P ਫੋਰਸ ਲੱਗ ਰਹੀ ਆ A to B। ਇਹਨੂੰ ਅਸੀਂ ਦੇਖੋ, ਇਹਦੀ ਡਾਇਰੈਕਸ਼ਨ ਹੈ A to B। ਇਹਨੂੰ ਮੈਂ ਇੱਥੇ ਲਿਖਣ ਦੀ ਬਜਾਏ ਇੱਥੇ ਮੈਂਸ਼ਨ ਕਰ ਦਿੰਦੇ ਆ। ਇੱਥੇ ਆਪਾਂ ਨਹੀਂ ਲਿਖਦੇ, ਬੜੇ ਧਿਆਨ ਨਾਲ ਸਮਝਿਓ। ਚਾਹੇ ਤੁਸੀਂ ਇੱਥੇ ਸ਼ੋਅ ਕਰ ਦਿਓ, ਚਾਹੇ ਮੈਂ ਥੋੜ੍ਹਾ ਨੀਚੇ ਸ਼ੋਅ ਕਰਤਾ, ਬੜੇ ਹੀ ਧਿਆਨ ਨਾਲ ਸਮਝਿਓ। ਹੁਣ Q ਫੋਰਸ ਲੱਗਦੀ ਪਈ ਇਸ ਡਾਇਰੈਕਸ਼ਨ ਦੇ ਅੰਦਰ, P ਫੋਰਸ ਲੱਗਦੀ ਪਈ ਇਸ ਡਾਇਰੈਕਸ਼ਨ ਦੇ ਅੰਦਰ, ਅਤੇ ਅਸੀਂ R ਇਸ ਸਾਈਡ ਨੂੰ ਤਾਂ ਲਗਾ ਹੀ ਨਹੀਂ ਸਕਦੇ। ਜੇ ਇੱਧਰ ਲਗਾਵਾਂਗੇ ਫਿਰ ਤਾਂ ਉਹਨੇ ਇਕੁਇਲਿਬਰੀਅਮ 'ਚ ਰਹਿਣਾ ਨਹੀਂ, ਕਿਉਂਕਿ ਇੱਕੋ ਸਾਈਡ 'ਤੇ ਸਾਰੀਆਂ ਫੋਰਸਿਸ ਲੱਗਦੀਆਂ ਪਈਆਂ। ਸੋ ਅਸੀਂ ਕੀ ਕਰਨਾ, ਜਿਹੜੀ R ਫੋਰਸ ਆ ਅਲੋਂਗ ਟੇਂਜੈਂਟ, ਉਹ ਅਸੀਂ ਇਸ ਸਾਈਡ ਨੂੰ ਲਗਾਵਾਂਗੇ, ਇਸ ਸਾਈਡ ਨੂੰ, ਅਪਵਰਡ ਡਾਇਰੈਕਸ਼ਨ ਦੇ ਅੰਦਰ। ਸੋ ਦੈਟ ਹੋਏਗਾ ਕਿ ਜੇ P ਇੱਧਰ ਲੱਗ ਰਹੀ ਆ, Q ਇੱਧਰ ਲੱਗਦੀ ਪਈ ਆ, R ਅਸੀਂ ਅਪਵਰਡ ਲਗਾਤੀ। ਹੁਣ ਇਹ ਤਿੰਨੇ ਫੋਰਸਿਸ ਇਕੁਇਲਿਬਰੀਅਮ 'ਚ ਹੋਣਗੀਆਂ, ਇੱਕ ਦੂਜੇ ਨੂੰ ਬੈਲੈਂਸ ਕਰਨਗੀਆਂ।
इस पॉइंट की मूवमेंट नहीं होएगी, ये पॉइंट फिक्स रहेगा। सो ये फोर्सिस ਜਿਹੜੀਆਂ ਸਾਡੀਆਂ ਇਹ ਫੋਰਸਿਸ ਆ ਇਹ ਕੀ ਆ ਬੈਲੈਂਸ ਕਰਦੀਆਂ ਇਕੁਇਲਿਬਰੀਅਮ 'ਚ। ਓਕੇ, ਹੁਣ ਅਸੀਂ ਐਂਗਲਸ ਦੇਖੀਏ। ਇਹ ਸਾਡਾ ਟੈਂਜੈਂਟ ਆ। ਜੇ ਇਹਦਾ ਨਾਮ ਰੱਖਣਾ ਹੋਵੇ, ਮੰਨ ਲਓ ਇਹ ਟੀ ਬੀ ਟੀ ਡੈਸ਼ ਸਾਡਾ ਕੀ ਆ ਟੈਂਜੈਂਟ ਆ। ਓਕੇ, ਤੇ ਆਰ ਫੋਰਸ ਅਪਵਰਡ ਅਸੀਂ ਸ਼ੋਅ ਕੀਤੀ, ਪੀ ਫੋਰਸ ਨੀਚੇ ਸ਼ੋਅ ਕੀਤੀ, ਆਰ ਅਸੀਂ ਇੱਧਰ ਸ਼ੋਅ ਕੀਤੀ। ਇਹ ਐਂਗਲ ਅਸੀਂ ਲੈ ਲੈਂਦੇ ਹੁੰਦੇ ਆ ਇਹ ਐਂਗਲ ਅਸੀਂ ਲੈ ਲੈਂਦੇ ਹੁੰਦੇ ਆ ਟ੍ਰਾਇੰਗਲ 'ਚ ਬੀ। ਇਹ ਐਂਗਲ ਇਹ ਆਪਣਾ ਪੁਆਇੰਟ ਬੀ ਆ, ਇਹ ਐਂਗਲ ਹੋ ਗਿਆ ਬੀ, ਇਹ ਪੁਆਇੰਟ ਬੀ ਅਤੇ ਐਂਗਲ ਬੀ, ਇਹ ਪੁਆਇੰਟ ਸੀ ਅਤੇ ਐਂਗਲ ਸੀ। ਜੇ ਇਹ ਸੀ ਆ ਤਾਂ ਫਿਰ ਇਹ ਵਾਲਾ ਐਂਗਲ ਵੀ ਸੀ ਲਵਾਂਗੇ। ਇਹ ਵਾਲਾ ਐਂਗਲ ਹੋ ਗਿਆ ਸਾਡਾ ਸੀ, ਇਹ ਵਾਲਾ ਸਾਰਾ ਐਂਗਲ ਹੋ ਗਿਆ। ਇਹ ਜੇ ਏ ਆ ਤਾਂ ਇਹ ਵਾਲਾ ਐਂਗਲ ਹੋਏਗਾ ਸਾਰਾ ਏ। ਬੜੇ ਹੀ ਧਿਆਨ ਨਾਲ ਇਹ ਚੀਜ਼ਾਂ ਤੁਸੀਂ ਸਮਝੋਗੇ। ਜੇ ਇਹ ਏ ਆ ਤਾਂ ਇਹ ਹੋਏਗਾ, ਜੇ ਸੀ ਆ ਤਾਂ ਇਹ ਸੀ ਹੋਏਗਾ। ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹ ਮੈਂਸ਼ਨ ਕਰਦਾ ਸੋਲੂਸ਼ਨ ਦੇ ਅੰਦਰ ਟੀ ਬੀ ਟੀ ਡੈਸ਼ ਕੀ ਹੈ ਸਾਡੇ ਕੋਲ ਟੈਂਜੈਂਟ ਐਟ ਬੀ। ਇਹ ਕੀ ਹੈ ਸਾਡੇ ਕੋਲ ਇਜ਼ ਟੈਂਜੈਂਟ ਐਟ ਬੀ। ਹੁਣ ਫੋਰਸਿਸ ਦੀ ਅਸੀਂ ਗੱਲ ਕਰੀਏ। ਫੋਰਸਿਸ ਵਿਚ ਵਨ ਫੋਰਸਿਸ ਪੀ ਕਿਊ ਆਰ ਐਕਟਿੰਗ ਕਿਹੜੇ ਪੁਆਇੰਟ 'ਤੇ ਐਕਟ ਕਰਦੀਆਂ ਪਈਆਂ ਬੀ 'ਤੇ। ਐਕਟਿੰਗ ਐਟ ਬੀ ਉਹ ਆਪਾਂ ਨੂੰ ਸਟੇਟਮੈਂਟ 'ਚ ਹੀ ਮੈਂਸ਼ਨ ਆ ਕਿ ਪੀ ਅਲੋਂਗ ਏ ਟੂ ਬੀ ਐਂਡ ਫੋਰਸ ਕਿਊ ਅਲੋਂਗ ਬੀ ਟੂ ਸੀ ਐਂਡ ਸੀ ਐਂਡ ਆਰ ਫੋਰਸ ਅਲੋਂਗ ਟੈਂਜੈਂਟ। ਸੋ ਫੋਰਸਿਸ ਪੀ ਕਿਊ ਆਰ ਐਕਟਿੰਗ ਐਟ ਬੀ ਆਰ ਇਨ ਇਕੁਇਲਿਬਰੀਅਮ। ਇਹ ਸਾਨੂੰ ਸਟੇਟਮੈਂਟ 'ਚ ਹੀ ਮੈਂਸ਼ਨ ਆ ਬਾਏ ਲੈਮੀ ਥਿਓਰਮ, ਅਤੇ ਅਸੀਂ ਲੈਮੀ ਥਿਓਰਮ ਅਪਲਾਈ ਕਰ ਸਕਦੇ ਹਾਂ। ਲੈਮੀਜ਼ ਥਿਓਰਮ ਕੀ ਹੋਏਗੀ? ਪੀ ਓਵਰ ਕੀ ਆਏਗਾ, ਕਿਊ ਓਵਰ ਕੀ ਆਏਗਾ ਐਂਡ ਆਰ ਓਵਰ ਕੀ ਆਏਗਾ। ਬੜੇ ਹੀ ਧਿਆਨ ਨਾਲ ਅਸੀਂ ਸਮਝਾਂਗੇ। ਹਾਂਜੀ, ਸਭ ਤੋਂ ਪਹਿਲਾਂ ਪੀ ਓਵਰ ਇਹ ਫੋਰਸ ਆ ਸਾਡੀ ਪੀ। ਇਹ ਪੀ ਫੋਰਸ ਲੱਗਦੀ ਪਈ ਆ, ਇਸ ਪੁਆਇੰਟ 'ਤੇ ਲੱਗਦੀ ਪਈ ਆ। ਪੀ ਫੋਰਸ, ਕਿਊ ਫੋਰਸ, ਆਰ ਫੋਰਸ। ਹੁਣ ਇਹ ਪੀ ਫੋਰਸ ਅਤੇ ਜਦੋਂ ਅਸੀਂ ਪੀ ਫੋਰਸ ਆ ਓਵਰ 'ਚ ਕੀ ਆਉਣਾ ਸਾਈਨ ਆਫ ਓਪੋਜਿਟ ਐਂਗਲ। ਕਹਿਣ ਦਾ ਮੀਨਿੰਗ ਆ ਐਂਗਲ ਸਾਨੂੰ ਕਿਹੜਾ ਚਾਹੀਦਾ ਆਰ ਅਤੇ ਕਿਊ ਦੇ ਅੰਦਰ। ਇਹ ਵਾਲਾ ਐਂਗਲ ਚਾਹੀਦਾ, ਇਹ ਵਾਲਾ ਸਾਰਾ ਹੀ ਐਂਗਲ ਚਾਹੀਦਾ, ਇਹ ਵਾਲਾ। ਠੀਕ ਹੈ ਜੀ, ਇਹ ਵਾਲਾ ਸਾਰਾ ਹੀ ਐਂਗਲ ਚਾਹੀਦਾ ਇੰਨਾ। ਅਤੇ ਬੜੇ ਹੀ ਧਿਆਨ ਨਾਲ ਸਮਝੋ। ਜੇ ਅਸੀਂ ਇਹ ਸਟਰੇਟ ਲਾਈਨ ਦੇਖੀਏ ਸਾਰੀ 180 ਡਿਗਰੀ ਐਂਗਲ ਹੁੰਦਾ। ਸਾਰਾ ਐਂਗਲ ਕਿੰਨਾ ਹੁੰਦਾ ਆਹ ਵਾਲਾ 180, ਕਿਉਂਕਿ ਸਟਰੇਟ ਲਾਈਨ ਹੈ ਟੈਂਜੈਂਟ। ਇਹ ਸਾਰਾ ਐਂਗਲ ਕਿੰਨਾ ਹੁੰਦਾ 180। ਪਰ ਸਾਨੂੰ ਕਿਹੜਾ ਐਂਗਲ ਚਾਹੀਦਾ? ਬੜੇ ਹੀ ਧਿਆਨ ਨਾਲ ਸਮਝਿਓ। ਅਸੀਂ ਐਂਗਲ ਐਸ ਦੀ ਗੱਲ ਕਰਦੇ ਪਏ ਹਾਂ। ਸਾਨੂੰ ਆਰ ਅਤੇ ਕਿਊ ਵਾਲਾ ਐਂਗਲ ਚਾਹੀਦਾ, ਇਹ ਵਾਲਾ ਐਂਗਲ ਚਾਹੀਦਾ। ਇਹ ਕਿੰਨਾ ਹੋਏਗਾ? ਸਾਰਾ ਐਂਗਲ ਸੀ 180 ਇੱਥੋਂ ਤੱਕ। ਜੇ ਇਹਦੇ 'ਚੋਂ ਏ ਮਾਈਨਸ ਕਰ ਦਈਏ ਬਾਕੀ ਐਂਗਲ ਰਹਿ ਜਾਏਗਾ ਇਹ ਵਾਲਾ। ਸੋ ਕੀ ਹੋਏਗਾ ਸਾਡੇ ਕੋਲ ਸਾਈਨ ਆਫ 180 ਡਿਗਰੀ ਮਾਈਨਸ ਏ ਕਿੰਨਾ ਹੋ ਗਿਆ 180 ਸੀ ਟੋਟਲ ਐਂਗਲ ਇਹ ਵਾਲਾ। ਇਹਦੇ 'ਚੋਂ ਸਾਨੂੰ ਚਾਹੀਦਾ ਇੰਨਾ। ਸੋ ਇਹ ਏ ਮਾਈਨਸ ਕਰ ਦਿਓ 180 'ਚੋਂ, ਇਹ ਵਾਲਾ ਐਂਗਲ ਆ ਜਾਏਗਾ। ਓਕੇ, ਉਮੀਦ ਕਰਦਾ ਤੁਹਾਨੂੰ ਸਮਝ ਆ ਗਈ ਹੋਏਗੀ। ਉਸ ਤੋਂ ਬਾਅਦ ਨੈਕਸਟ ਐਂਗਲ ਕਿਹੜਾ ਚਾਹੀਦਾ ਸਾਨੂੰ ਉਹ ਦੇਖੋ। ਹੁਣ ਇਹ ਕਿਊ ਫੋਰਸ ਆ, ਕਿਊ ਓਵਰ ਕੀ ਆਉਣਾ ਸਾਈਨ ਆਫ ਕਿਊ ਓਵਰ ਸਾਈਨ ਆਫ ਇਹ ਵਾਲਾ ਐਂਗਲ ਚਾਹੀਦਾ, ਐਂਗਲ ਬਿਟਵੀਨ ਆਰ ਐਂਡ ਪੀ। ਇਹ ਵਾਲੇ ਐਂਗਲ ਦੀ ਮੈਂ ਡਿਮਾਂਡ ਕਰਦਾ ਪਿਆ, ਇਸ ਐਂਗਲ ਦੀ ਕਿੰਨਾ ਹੋਏਗਾ। ਬੜੇ ਹੀ ਧਿਆਨ ਨਾਲ ਸਮਝਣਾ। ਇਹ ਇੱਕ ਸਟਰੇਟ ਲਾਈਨ ਆ, 180 ਡਿਗਰੀ ਐਂਗਲ ਹੋਏਗਾ ਟੋਟਲ। ਜੇ ਟੋਟਲ ਐਂਗਲ ਦੇਖਦੇ ਹਾਂ 180 ਹੋਏਗਾ ਅਤੇ 180 ਚੋਂ ਜੇ ਮੈਂ ਇਹ ਸੀ ਐਂਗਲ ਮਾਈਨਸ ਕਰਦਾ ਤਾਂ ਕੀ ਹੋ ਜਾਏਗਾ ਇਹ ਵਾਲਾ ਐਂਗਲ ਆ ਜਾਏਗਾ। ਕਿੰਨਾ ਆ ਜਾਏਗਾ 180 ਮਾਈਨਸ ਸੀ, 180 ਮਾਈਨਸ ਸੀ ਹੋ ਜਾਏਗਾ। ਦੈਨ ਆਰ ਫੋਰਸ, ਜਦੋਂ ਆਰ ਫੋਰਸ ਦੇਖਣੀ ਹੈ ਐਂਗਲ ਅਸੀਂ ਦੇਖਾਂਗੇ ਬਿਟਵੀਨ ਕਿਊ ਐਂਡ ਪੀ। ਇਹ ਸਾਰਾ ਐਂਗਲ ਚਾਹੀਦਾ ਪੂਰਾ ਐਂਗਲ। ਜੇ ਦੇਖੋਗੇ ਆਹ ਇੱਕ ਸਟਰੇਟ ਲਾਈਨ ਹੈ, ਫਿਰ 180 ਡਿਗਰੀ ਐਂਗਲ ਹੈ ਟੋਟਲ। ਇਹਦੇ 'ਚੋਂ ਜੇ ਅਸੀਂ ਦੇਖੀਏ ਜੇ ਸਾਨੂੰ ਇੰਨਾ ਐਂਗਲ ਚਾਹੀਦਾ ਤਾਂ ਕੀ ਕਰਾਂਗੇ ਇਹ ਇੰਨਾ ਬੀ ਵਿੱਚੋਂ ਮਾਈਨਸ ਕਰ ਦਿਓ ਤਾਂ ਆ ਜਾਏਗਾ ਸਾਈਨ 180 ਮਾਈਨਸ ਬੀ। ਮੈਂ ਫਿਰ ਰਿਪੀਟ ਕਰਾਂ, ਆਹ ਐਂਗਲ ਸਾਡੇ ਕੋਲ ਇੰਨਾ ਹੈਗਾ ਏ। ਮੈਨੂੰ ਕਿਹੜਾ ਐਂਗਲ ਚਾਹੀਦਾ? ਮੈਨੂੰ ਇਹ ਵਾਲਾ ਐਂਗਲ ਚਾਹੀਦਾ ਪੂਰਾ ਸੀ 180 ਇੱਥੋਂ ਤੱਕ। ਇਹ ਐਂਗਲ ਬੀ
180 ਸੀ ਟੋਟਲ, ਇਹ b ਮਾਈਨਸ ਕਰ ਦਿਓ, ਬਾਕੀ ਰਹਿ ਗਿਆ 180 ਮਾਈਨਸ b। ਸੋ ਇਹ ਆ ਗਿਆ p ਓਵਰ ਸਾਈਨ a, q ਓਵਰ ਸਾਈਨ c, r ਓਵਰ ਸਾਈਨ ਆਫ b। ਤੇ ਤੁਸੀਂ ਸਾਈਨ ਫਾਰਮੂਲਾ ਪੜ੍ਹਿਆ, ਸੋ ਸਾਈਨ a ਪ੍ਰਪੋਰਸ਼ਨਲ a ਦੇ ਹੁੰਦਾ, ਸਾਈਨ c ਦੇ ਹੁੰਦਾ, ਤੇ r ਓਵਰ ਸਾਈਨ b ਪ੍ਰਪੋਰਸ਼ਨਲ ਹੁੰਦਾ b ਦੇ। ਓਕੇ, ਮੈਂ ਇੱਥੇ ਲਿਖ ਦਿੰਦਾ ਬਾਏ ਸਾਈਨ ਫਾਰਮੂਲਾ, ਬਾਏ ਸਾਈਨ ਫਾਰਮੂਲਾ a ਓਵਰ ਸਾਈਨ a, b ਓਵਰ ਸਾਈਨ b, c ਓਵਰ ਸਾਈਨ c। ਇਹ ਅਸੀਂ ਯੂਜ਼ ਕੀਤਾ ਰਿਜ਼ਲਟ। ਹੁਣ ਜੇ ਅਸੀਂ ਸਟੇਟਮੈਂਟ ਦੇਖੀਏ, ਸਿਰਫ ਪੀ ਕਿਊ 'ਚ ਹੀ ਅਸੀਂ ਰਿਜ਼ਲਟ ਫਾਈਂਡ ਕਰਨਾ, ਜੋ ਆਨਸਰ ਲੈ ਕੇ ਆਉਣਾ। ਸੋ ਸਾਨੂੰ ਆਰ ਦੀ ਜ਼ਰੂਰਤ ਨਹੀਂ, ਅਸੀਂ ਜਸਟ ਪੀ ਓਵਰ ਏ ਕਿਊ ਓਵਰ ਸੀ ਨੂੰ ਹੀ ਡਿਸਕਸ ਕਰਾਂਗੇ, ਬਾਕੀ ਨੂੰ ਅਸੀਂ ਨਹੀਂ ਕਰਾਂਗੇ। ਦੂਸਰੀ ਗੱਲ, ਥੋੜ੍ਹਾ ਜਿਹਾ ਰਹਿ ਗਿਆ ਬਸ ਕੰਪਲੀਟ ਹੈ। ਹੁਣ ਇਹਨੂੰ ਅਸੀਂ ਕਰ ਦਿੰਦੇ ਹਾਂ ਰਫ, ਇਹਨੂੰ ਅਸੀਂ ਕਰ ਦਿੰਦੇ ਹਾਂ ਰਫ। ਅਤੇ ਬੜੇ ਧਿਆਨ ਨਾਲ ਸਮਝਿਓ, ਜਦੋਂ ਵੀ ਸਾਡੇ ਕੋਲ ਕੋਈ ਟ੍ਰਾਇੰਗਲ ਆ, ਸਮਝਣ ਦੀ ਕੋਸ਼ਿਸ਼ ਕਰਨੀ। ਤੁਸੀਂ +1 'ਚ ਟ੍ਰਿਗਨੋਮੈਟਰੀ ਪੜ੍ਹ ਕੇ ਆਏ ਆ। ਇਹ ਏ ਐਂਗਲ, ਇਹ ਬੀ ਐਂਗਲ, ਇਹ ਸੀ ਐਂਗਲ। ਏ ਦੇ ਸਾਹਮਣੇ ਵਾਲੀ ਸਾਈਡ ਸਮੋਲ ਏ, ਸੀ ਦੇ ਸਾਹਮਣੇ ਵਾਲੀ ਸਮੋਲ ਸੀ, ਬੀ ਦੇ ਸਾਹਮਣੇ ਵਾਲੀ ਸਮੋਲ ਬੀ। ਸੋ ਏ ਅਸੀਂ ਕਿਹਨੂੰ ਕਹਿੰਦੇ ਆ ਸਮੋਲ ਏ, ਬੀ ਸੀ ਸਾਈਡ ਨੂੰ, ਬੀ ਅਸੀਂ ਕਿਹਨੂੰ ਕਹਿੰਦੇ ਆ ਏ ਸੀ ਨੂੰ। ਸੋ ਕੀ ਆ ਜਾਏਗਾ ਸਾਡੇ ਕੋਲ, ਪੀ ਓਵਰ ਏ ਸੀ ਸਮੋਲ ਏ, ਸਮੋਲ ਏ ਦਾ ਮੀਨਿੰਗ ਕੀ ਹੋਇਆ ਬੀ ਸੀ। ਸੋ ਪੀ ਓਵਰ ਬੀ ਸੀ, ਕਿਊ ਓਵਰ ਕੀ ਆ ਰਿਹਾ ਸੀ, ਸੀ ਮੀਨਸ ਏ ਬੀ, ਏ ਬੀ। ਸੋ ਜੇ ਮੈਂ ਕ੍ਰੋਸ ਮਲਟੀਪਲਾਈ ਕਰ ਲਾਂ, ਪੀ ਅਪੋਨ ਕਿਊ ਕੀ ਆ ਜਾਏਗਾ ਸਾਡੇ ਕੋਲ ਬੀ ਸੀ ਓਵਰ ਏ ਬੀ, ਬੀ ਸੀ ਅਪੋਨ ਏ ਬੀ। ਫਰਦਰ ਜੇ ਮੈਂ ਨੈਕਸਟ ਸਟੈਪ ਇੱਕ ਲਿਖਾਂ, ਉਹ ਕੀ 1 ਓਵਰ ਏ ਬੀ, 1 ਓਵਰ ਬੀ ਸੀ। तो मैं की शो कर देता, सो फोर्सेस की आ गई हैं। सो फोर्सेस P एंड Q आर इनवर्सली प्रपोर्शनल टू साइड ए बी एंड बी सी। सो P एंड Q इनवर्सली proportional to side ए बी एंड बी सी। यही असी शो करना सी। इस तो जो नैक्सट क्वेश्चन आ वो भी सेम आ, तो वो जस्ट इत्थों तक ही होएगा, बाकी क्वेश्चन वो इत्थों तक ही डिमांड की है। सो जो नैक्सट क्वेश्चन है वो इत्थों तक ही होना, तुसी अपने आप ट्राई करोगे। हुण मैं नैक्सट क्वेश्चन कराने जा रहा, विच इज़ अगेन वैरी इंपोर्टेंट क्वेश्चन। हाँ जी, ये रहा जी साडा अज दा नैक्सट क्वेश्चन। की है जी ये क्वेश्चन, यदि आप स्टेटमेंट समझिए। A body is free to slide on smooth vertical circular wire and is connected by a string equal in length to the radius of circle. To the highest point of circle, find tension in the string and erection of circle. देखो वर्टिकल सर्कल आ, ठीक है जी, सर्कल जिहड़ा वो वर्टिकल आ। चलो आप सर्कल बनाने की फिर कोशिश करिए। वर्टिकल सर्कल बनावांगे। हुण आपां अगे नालों थोड़ा जिहा छोटा सर्कल ड्रॉ करते हैं। पहले आपां ना एक पॉइंट लगा लईए। ओके, हाँ जी, एक सर्कल बनाइए। हाँ जी, लो जी, ये साडे कोल एक सर्कल गिवन आ। पहले नालों असीं थोड़ा जिहा छोटा सर्कल ड्रा किया। की कह रहे हैं, आ बॉडी इज़ फ्री टू स्लाइड ऑन स्मूथ वर्टिकल सर्कल है एंड कनैक्टेड बाय स्ट्रिंग इक्वल इन लेंथ टू द रेडियस। देखो ये सेंटर आ, सपोज करो सेंटर असीं सी नाल डिनोट करते हैं। ये हाईएस्ट पॉइंट आ सर्कल के उपर, सपोज करो ए, तो ये हो जाएगा वह रेडियस। तो इत्थे एक स्ट्रिंग आ साडे कोल, किन्नी क लंबी आ, जिन्ना रेडियस आ सर्कल का, ये भी रेडियस आ। इनू असीं नॉर्मल रिएक्शन भी कहांगे। क्यों नॉर्मल रिएक्शन, आप डिस्कस करते हैं ये भी। फिर इत्थे एक टेंजेंट आएगा, ये
साडा टेंजेंट आ, थोड़ा सही नहीं बनया। टेंजेंट ड्रॉ करिए रोड की हैल्प के नाल, एक टेंजेंट ड्रॉ करिए। ये हो गया साडा टेंजेंट। हाँ जी, ये हो गया टेंजेंट। इत्थे साडे कोल एक वेट सपोज करो WKG जिहड़ा वो हैंग करदा पिया। ओके, हुण ये भी स्ट्रेट लाइन है, साडी वर्टिकल लाइन है, ये भी एक वर्टिकल लाइन होने करके। हाँ, एक गल तो ये कि तीनों साइडां सेम आ। तीनों साइडां सेम क्यों हो गई? क्योंकि ये रेडियस, ये भी रेडियस, ये क्योंकि सेंटर आ, ये दो रेडियस हो गए। ये एक स्ट्रिंग आ जिहदे नाल असीं इत्थे एक वेट अटैच किया होया, टाई अप किया होया इत्थे वेट, जिहदा वेट W आ। तो ये एक खिच पैगी, एक खिच पैगी वो, तो वो टेंशन क्रिएट होएगी। वो मैं सपोज कर लेना टेंशन T आ। ठीक है जी, वो मैं सपोज कर लेना टेंशन T आ उस रस्सी विच, उस स्ट्रिंग के अंदर। उस स्ट्रिंग की लेंथ कितनी आ वो भी गिवन आ, इक्वल टू रेडियस। रेडियस जे R आ तो वो भी R होएगी। कहने का मीनिंग है तिन्ने साइडां सेम आ। जे तिन्ने साइडां सेम आ तो ये सारे जिहड़े एंगल आ ये 60 डिग्री के होणगे। सारे दे सारे एंगल 60 डिग्री के होणगे। लैट सलूशन आपां करिए इहदा। लैट AB बी स्ट्रिंग। देखो फाइंड असीं की करना, फाइंड टेंशन इन द स्ट्रिंग, जिहदा असीं कोई वेट अटैच किया। आ बॉडी फ्री टू स्लाइड ऑन समूथ वर्टिकल सर्कुलर वायर। आ बॉडी आ, अस चलो वह वेट W मान लिया, सानू कोई बहुती जरूरत पैगी वैसे जरूरत वो। हाँ जी, लैट AB बी स्ट्रिंग, AB बी स्ट्रिंग एंड let T be tension in the string। ठीक है जी, T असी स्ट्रिंग जो AB आ ਉਹਦੇ ਵਿੱਚ ਅਸੀਂ AB स्ट्रिंग ਦੇ अंदर टेंशन T सपोज कर ली। एंड WB वेट ऑफ बॉडी, जो भी उन्होंने, हाँ बॉडी ही क्या, बॉडी फ्री टू स्लाइड। ओके, तो बॉडी का असी W वेट सपोज कर लिया। हुण सानू ये पता कि AB कह लो, AC कह लो, AC रेडियस आ साडा पॉइंट BC, ये सारे ही रेडियस के इक्वल आ। रेडियस ये सारे ही रेडियस के इक्वल आ। ओके, इस AB की लेंथ कितनी आ, जिन्ना ये रेडियस है, जिन्ना ये रेडियस है, तो असी R सपोज कर लिया। जरूरत नहीं पैगी वैसे, चलो आप सपोज कर लिया। हुण असी की देखते हैं, हाँ एक चीज़ होर, लैट RB नॉर्मल रिएक्शन, RB नॉर्मल रिएक्शन। ये नॉर्मल रिएक्शन की है वो भी देखो। देखो ये बॉडी नीचे नू आ रही है, ये वो हाईएस्ट पोजीशन सी। की कह रहे आप इत्थे, बॉडी फ्री टू स्लाइड ऑन समूथ वर्टिकल सर्कल। नीचे स्लाइड करती पई आ, वो प्रैशर पा रही है, अपना वेट पा रही है नीचे। सो नॉर्मल रिएक्शन बिल्कुल परपेंडिकुलर जाएगा टेंजेंट दे। ये साडा टेंजेंट आ, ये वाला की है साडा टेंजेंट, ये आ टेंजेंट, ये नॉर्मल। सो जी नॉर्मल रिएक्शन होएगी वो अलोंग नॉर्मल होएगी। सो ये साडी नॉर्मल रिएक्शन आ। ये हो गया साडा टेंजेंट, ये साडा हो गया नॉर्मल। तो नॉर्मल के अलोंग असी एक नॉर्मल रिएक्शन सपोज की हुई है R। सो तुसीं देख रहे होगे कि हुण साडे कोल तीन फोर्सिस आ, किहड़ियां नाउ फोर्सिस किहड़ियां, एक होगी T, एक होगी R एंड थर्ड वन W। एक्टिंग कित्थे एक्ट करदी पईयां, B पॉइंट ते, तो इक्विलिब्रियम च आर इन
ਇਕੁਇਲਿਬ੍ਰੀਅਮ। ਕਿਹੜੀਆਂ ਫੋਰਸਿਸ? ਟੀ ਆਰ ਐਂਡ ਡਬਲਿਊ ਆਰ ਇਨ ਇਕੁਇਲਿਬ੍ਰੀਅਮ। ਸੋ ਅਸੀਂ ਲੈਮੀ ਥਿਓਰਮ ਅਪਲਾਈ ਕਰ ਸਕਦੇ ਹਾਂ ਬਾਏ ਲੈਮੀਜ਼ ਥਿਓਰਮ। ਪੀ ਓਵਰ ਸਾਈਨ ਆਫ ਆਪੋजिट एंगल, ਕਿਊ ਓਵਰ ਸਾਈਨ ਆਫ ਆਪੋजिट एंगल, ਆਰ ਓਵਰ ਸਾਈਨ ਆਫ, ਇੱਥੇ ਪੀ ਕਿਊ ਆਰ ਨਹੀਂ ਹੈ ਸਾਡੇ ਕੋਲ, ਇੱਥੇ ਟੀ ਆਰ ਐਂਡ ਡਬਲਿਊ। ਟੀ ਦੈਨ ਆਏਗਾ ਆਰ ਦੈਨ ਆਏਗਾ ਡਬਲਿਊ। ਹਾਂਜੀ, ਜਦੋਂ ਤੁਸੀਂ ਹੁਣ ਟੀ ਫੋਰਸ ਲਓਗੇ, ਐਂਗਲ ਕਿਹੜਾ ਲਓਗੇ? ਇਹ ਵਾਲਾ ਐਂਗਲ ਕਿੰਨਾ? ਇਹ ਸਾਰੇ ਅਸੀਂ ਐਂਗਲ ਪਹਿਲੇ ਡਿਸਕਸ ਕਰੀਏ। ਇਹ ਐਂਗਲ 60 ਡਿਗਰੀ। ਜੇ ਇਹ 60 ਆ, ਇਹ ਦੋ ਲਾਈਨਾਂ ਪੈਰਲਲ ਜਾ ਰਹੀਆਂ, ਇਹ ਵਾਲੀਆਂ, ਇਹ ਦੋ ਲਾਈਨਾਂ ਕੀ ਆ? ਪੈਰਲਲ। ਜੇ ਇਹ 60 ਆ ਤਾਂ ਫਿਰ ਇਹ ਵਾਲਾ ਐਂਗਲ ਵੀ 60 ਹੋਏਗਾ। ਓਕੇ, ਇਹ ਐਂਗਲ ਹੋਏਗਾ 60। ਹੁਣ ਜਦੋਂ ਮੈਂ ਫੋਰਸ ਟੀ ਲੈ ਰਿਹਾ ਤਾਂ ਐਂਗਲ ਅਸੀਂ ਕਿਹੜਾ ਦੇਖਣਾ? ਇਹ ਵਾਲਾ ਸਾਰਾ ਐਂਗਲ ਦੇਖਣਾ ਅਸੀਂ, ਇਹ ਵਾਲਾ ਸਾਰਾ ਐਂਗਲ ਬਿਟਵੀਨ ਫੋਰਸ ਆਰ ਐਂਡ ਡਬਲਿਊ। ਤੁਸੀਂ ਦੇਖ ਰਹੇ ਹੋਣੇ ਇਹ ਇੱਕ ਸਟ੍ਰੇਟ ਲਾਈਨ ਆ। ਸਟ੍ਰੇਟ ਲਾਈਨ 'ਚ ਇਹ ਸਾਰਾ ਐਂਗਲ 180 ਡਿਗਰੀ। ਜੀ ਉਹਦੇ 'ਚੋਂ ਮੈਂ 60 ਮਾਈਨਸ ਕਰਦਾ ਤਾਂ ਬਾਕੀ ਮੇਰੇ ਕੋਲ ਕਿਹੜਾ ਐਂਗਲ ਰਹਿ ਜਾਏਗਾ? ਇਹ ਵਾਲਾ ਐਂਗਲ ਰਹਿ ਜਾਏਗਾ, ਇਹ ਵਾਲਾ ਇੱਥੋਂ ਤੱਕ। 60 180 ਚੋਂ 60 ਮਾਈਨਸ ਕਰੋ, ਬਾਕੀ ਰਹਿ ਗਿਆ ਇਹ ਵਾਲਾ ਐਂਗਲ। ਸੋ ਇਹ ਆ ਜਾਏਗਾ 180 ਮਾਈਨਸ 60। ਹੁਣ ਜੇ ਤੁਸੀਂ ਆਰ ਫੋਰਸ ਲੈਂਦੇ ਆ ਤਾਂ ਐਂਗਲ ਬਿਟਵੀਨ ਕਿਹੜਾ ਲਓਗੇ? ਟੀ ਐਂਡ ਡਬਲਿਊ। ਉਹ ਕਿੰਨਾ ਹੋਏਗਾ? 60 + 60। ਉਹ ਆ ਗਿਆ 60 + 60। ਨਾਓ ਡਬਲਿਊ, ਜਦੋਂ ਤੁਸੀਂ ਡਬਲਿਊ ਫੋਰਸ ਲਓਗੇ ਉਦੋਂ ਐਂਗਲ ਕਿਹੜਾ ਆਏਗਾ? ਐਂਗਲ ਬਿਟਵੀਨ ਟੀ ਐਂਡ ਆਰ, ਇਹ ਵਾਲਾ ਐਂਗਲ ਆਏਗਾ। ਬਿਟਵੀਨ ਟੀ ਐਂਡ ਆਰ, ਇਹ ਵਾਲਾ ਐਂਗਲ, ਟੀ ਤੇ ਆਰ ਅੰਦਰਲਾ ਐਂਗਲ। ਇਹ ਸਟ੍ਰੇਟ ਲਾਈਨ ਹੈ, ਪੂਰਾ ਐਂਗਲ ਕਿੰਨਾ ਹੋਏਗਾ? 180। 180 ਚੋਂ ਇਹ 60 ਮਾਈਨਸ ਕਰ ਦੋਗੇ, ਬਾਕੀ ਐਂਗਲ ਇਹ ਵਾਲਾ ਆ ਜਾਏਗਾ 180 - 60। ਸੋ 180 - 60। ਮੈਂ ਇੱਕ ਰਿਕੁਐਸਟ ਕਰੂੰਗਾ, ਜੇ ਤੁਸੀਂ ਡਾਇਰੈਕਟ ਇਸ ਲੈਕਚਰ 'ਤੇ ਆਏ ਆ ਤਾਂ ਪਹਿਲੇ ਜਿੱਥੇ ਮੈਂ ਕਨਸੈਪਟ ਕਲੀਅਰ ਕੀਤਾ ਲੈਮੀ ਥਿਓਰਮ ਦਾ, ਪਹਿਲੇ ਤੁਸੀਂ ਉਹ ਲੈਕਚਰ ਦੇਖੋਗੇ, ਫਿਰ 1 ਬਾਏ 1 ਇੱਕ ਕੁਐਸਚਨ ਕਰਦੇ ਹੋਏ ਫਿਰ ਤੁਸੀਂ ਇੱਥੇ ਪਹੁੰਚੋਗੇ। ਅਤੇ ਜੇ ਵੀਡੀਓ ਨੂੰ ਲਾਈਕ ਨਹੀਂ ਕੀਤਾ, ਲਾਈਕ ਕਰ ਦਿਓ, ਬਾਕੀ ਸਟੂਡੈਂਟ ਨੂੰ ਸ਼ੇਅਰ ਵੀ ਕਰਿਓ, ਅਤੇ ਨਾਲ ਦੀ ਨਾਲ ਚੈਨਲ ਸਬਸਕ੍ਰਾਈਬ ਤਾਂ ਜ਼ਰੂਰ ਕਰਨਾ ਸਾਰਿਆਂ ਨੇ। ਹਾਂਜੀ, ਹੁਣ ਇਹਨੂੰ ਅਸੀਂ ਕਰਾਂਗੇ ਸਿੰਪਲੀਫਾਈ। ਇਹ ਆ ਗਿਆ ਟੀ ਓਵਰ ਸਾਈਨ 120, ਇਹ ਵੀ 120 ਸਾਈਨ ਆਫ 120, ਡਬਲਿਊ ਓਵਰ ਇਹ ਵੀ ਆ ਗਿਆ ਸਾਈਨ 120। ਇਹ ਤਾਂ ਇਕੁਅਲੀ ਆ ਗਈ, ਇਹ ਤਾਂ ਕੈਂਸਲ ਆਊਟ ਹੀ ਹੋ ਗਏ ਸਾਰੇ। ਸੋ ਟੀ ਇਜ਼ ਇਕੁਅਲ ਟੂ ਆਰ ਇਜ਼ ਇਕੁਅਲ ਟੂ ਡਬਲਿਊ। ਸੋ ਟੈਂਸ਼ਨ ਕਿੰਨੀ ਆ ਗਈ ਫਰੋਮ ਫਸਟ ਮੈਂਬਰ ਐਂਡ ਲਾਸਟ ਮੈਂਬਰ? ਟੀ ਟੈਂਸ਼ਨ ਕਿੰਨੀ ਆ ਗਈ? ਜਿੰਨਾ ਵੇਟ ਆ, ਡਬਲਿਊ kg। ਨੋਰਮਲ ਰਿਐਕਸ਼ਨ ਕਿੰਨਾ ਆ ਗਿਆ? ਨੋਰਮਲ ਰਿਐਕਸ਼ਨ ਵੀ ਡਬਲਿਊ ਦੇ ਇਕੁਅਲ ਆ, ਸੋ ਉਹ ਵੀ ਆ ਗਿਆ ਡਬਲਿਊ kg। ਸੋ ਜਿੰਨਾ ਉਸ ਬੋਡੀ ਦਾ ਵੇਟ ਹੋਏਗਾ, ਟੈਂਸ਼ਨ ਵੀ ਉਨੀ ਹੋਏਗੀ ਅਤੇ ਨੋਰਮਲ ਰਿਐਕਸ਼ਨ ਵੀ ਉਨਾ ਹੀ ਹੋਏਗਾ। ਇਹਦੇ ਨਾਲ ਇਹ ਕੁਐਸਚਨ ਜਿਹੜਾ ਮੇਰਾ ਕੰਪਲੀਟ ਹੁੰਦਾ। ਹੁਣ ਮੈਂ ਅੱਜ ਦਾ ਲਾਸਟ ਕੁਐਸਚਨ ਐਕਸਰਸਾਈਜ਼ ਦਾ ਕਰਨ ਜਾ ਰਿਹਾ, ਸੋ ਉਹ ਵੀ ਬੜੇ ਧਿਆਨ ਦੇ ਨਾਲ ਤੁਸੀਂ ਇੱਦਾਂ ਹੀ ਸਮਝੋਗੇ। ਹਾਂਜੀ, ਇਹ ਰਿਹਾ ਜੀ ਸਾਡਾ ਅੱਜ ਦਾ ਲਾਸਟ ਕੁਐਸਚਨ। ਫਾਈਂਡ ਦਾ ਗ੍ਰੇਟੈਸਟ ਵੇਟ ਵਿਚ ਕੈਨ ਬੀ ਸਪੋਰਟਡ ਬਾਏ 2 ਲਾਈਟ ਸਟਰਿੰਗਸ। ਕਿਹੜੀਆਂ ਸਟਰਿੰਗਸ ਉਹ ਆਪਾਂ ਡਰੋ ਕਰਕੇ ਦਿਖਾਉਂਦੇ ਬਾਅਦ ਵਿੱਚ। ਮੇਕਿੰਗ ਐਂਗਲ 60 ਡਿਗਰੀ ਐਂਡ 45 ਡਿਗਰੀ ਵਿਦ ਦਾ ਵਰਟੀਕਲ। ਇਟ ਬੀਇੰਗ ਨੋਨ ਦੈਟ ਆਈਦਰ ਸਟਰਿੰਗ ਵਿਲ ਬ੍ਰੇਕ ਅੰਡਰ ਅ ਟੈਂਸ਼ਨ ਆਫ ਡਬਲਿਊ kg। ਇਹ ਟੈਂਸ਼ਨ ਗਿਵਨ ਆ, ਮੈਕਸੀਮਮ ਟੈਂਸ਼ਨ, ਕਿ ਵੱਧ ਤੋਂ ਵੱਧ ਇੰਨੀ ਟੈਂਸ਼ਨ ਉਹ ਚੱਲ ਸਕਦੀ ਸਾਡੀ ਸਟਰਿੰਗ, ਅਦਰਵਾਈਜ਼ ਉਹ ਟੁੱਟ ਜਾਏਗੀ। ਸਪੋਜ਼ ਕਰੋ ਇਹ ਮੇਰੇ ਕੋਲ ਸਟਰਿੰਗ ਆ, ਕੁਛ ਇੱਦਾਂ ਦੀ ਹੀ ਇਹ ਇੱਥੇ ਡਾਇਗਰਾਮ ਬਣੇਗੀ। ਇਹ ਮੈਂ ਕੋਈ ਵੇਟ ਅਟੈਚ ਕੀਤਾ, ਇਹ ਇੱਕ ਸਟਰਿੰਗ A ਆ, ਇੱਕ ਸਟਰਿੰਗ A ਆ, ਇੱਕ 60 ਡਿਗਰੀ ਐਂਗਲ ਬਣਾ ਰਹੀ ਆ, ਇੱਕ 45 ਡਿਗਰੀ ਬਣਾ ਰਹੀ, ਇਹ 60 ਡਿਗਰੀ ਬਣਾ ਰਹੀ ਹੈ, ਸਾਨੂੰ ਸਟੇਟਮੈਂਟ 'ਚ ਗਿਵਨ ਆ। ਸੋ ਵਰਟੀਕਲ ਦੇ ਨਾਲ ਐਂਗਲ ਦੀ ਗੱਲ ਕੀਤੀ ਉਹਨਾਂ ਨੇ, ਵਰਟੀਕਲ ਦੇ ਨਾਲ ਐਂਗਲ, ਵਰਟੀਕਲ ਦੇ ਨਾਲ, ਨੋਟ ਹੋਰੀਜ਼ੋਨਟਲ ਦੇ ਨਾਲ, ਵਰਟੀਕਲ ਦੇ ਨਾਲ। ਹੁਣ ਇਹਦੇ 'ਚ ਵੀ ਇੱਕ ਖਿੱਚ ਪੈ ਰਹੀ ਹੋਏਗੀ, ਇਹਦੇ 'ਚ ਵੀ ਪੈ ਰਹੀ ਹੋਏਗੀ, ਇਹਦੇ 'ਚ ਵੀ ਟੈਨਸ਼ਨ ਹੋਏਗੀ, ਇਹ 'ਚ ਵੀ ਹੋਏਗੀ, T1 T2 ਦੋ ਟੈਨਸ਼ਨਸ ਹੋਣਗੀਆਂ। ਹੁਣ ਉਹ ਇਹ ਕਹਿ ਰਹੇ ਆ ਕਿ ਮੈਕਸੀਮਮ ਡਬਲਿਊ kg ਜਿਹੜੀ ਟੈਨਸ਼ਨ ਆ ਸਟਰਿੰਗ, ਇਹ ਜੋ ਸਟਰਿੰਗ ਹੈ ਨਾ ਦੋਵੇਂ, ਇਹ ਵੱਧ ਤੋਂ ਵੱਧ ਡਬਲਿਊ kg ਦੀ ਜਿਹੜੀ ਟੈਨਸ਼ਨ ਉਹ ਲੈ ਸਕਦੀਆਂ, ਵੱਧ ਤੋਂ ਵੱਧ ਡਬਲਿਊ kg ਟੈਨਸ਼ਨ ਜਿਹੜੀ ਆ ਉਹ ਲੈ ਸਕਦੀਆਂ। ਇਹ ਤੋਂ ਜੇ ਅਸੀਂ
ज़्यादा जे टेंशन आ गई वेट का करके तो फिर वो स्ट्रिंग ने टुट जाना, भावें ये टुटे तो भावें ये टुटे। इस तरीके सानू क्वेश्चन च कह रहे हैं। हुण किस तरीके साडे कोल साडे कोल एक होरिजोनटल लाइन होगी, एक होगी वर्टिकल लाइन, इत्थे साडे कोल बॉडी है, इत्थे साडे कोल की आ बॉडी। हुण एक 60 डिग्री एंगल बना रही है, इधर आप बना दें 60 डिग्री एंगल, इधर असी ड्रॉ कर देने एक 60 डिग्री एंगल वर्टिकल दे नाल, ये एंगल हो गया वर्टिकल दे नाल 60 डिग्री। इधर एंगल सानू गिवन है 45 डिग्री। ये हुण साडे कोल दो स्ट्रिंग्स है, किहड़ियां एक ए बी कह लो, एक ए बी सी, दो स्ट्रिंग्स है साडे कोल, जिहदे नाल असीं ये वाला मास अटैच किया, वेट अटैच किया, वो नीचे नूं आपां शो करांगे डबल्यू के जी। डबल्यू स्टेटमेंट गिवन है टेंशन, तो असी जो मास है वो एम सपोज कर लेंगे, ये मैक्सीमम टेंशन गिवन है डबल्यू के जी, तो मैं उस बॉडी का जो मास है वो एम के जी सपोज कर लेना। फाइंड ग्रेटेस्ट वेट, ये वेट असी फाइंड करना, मैं एम सपोज कर लिया, ठीक है जी। सलूशन, हाँ जी एक गल होर, ये दो स्ट्रिंग्स आ, ये असी मास एम कुनैक्ट किया, इन्हां च एक खिच पैगी, सो मैं T1 टेंशन ए बी स्ट्रिंग च ला लेना एंड T2 टेंशन मैं बी सी स्ट्रिंग विच ले लेना। सो ये असी दो टेंशनस सपोज कर लियां। की कहांगे लैट T1 T2 बी टू टेंशनस इन द स्ट्रिंग्स, किहड़ियां स्ट्रिंग्स हो गई साडे कोल ए बी एंड बी सी, दो स्ट्रिंग्स। लेट एम के जी बी वेट सपोर्टेड बाय स्ट्रिंग्स, ठीक है जी, आप वेट सपोज कर लिया। सो बड़े ही ध्यान नाल देखो, सो फोर्सेस T1 T2 एंड एम के जी एक्टिंग एट बी आर इन इक्विलिब्रियम बाय लेमी थ्योरम, बाय लेमीज थ्योरम अप्लाई करिए। सो T1 ओवर की आएगा साइन ऑफ ऑपोजिट एंगल, T2 की आएगा वो भी आएगा साइन ऑफ ऑपोजिट एंगल, एंड डब्ल्यू के जी की आएगा आप सारा देखते हैं। हाँ जी, T1 आएगा ये वाला एंगल बिटवीन T2 एंड M, एंगल बिटवीन फोर्स T2 एंड M। स्ट्रेट लाइन ये जो सीधा एंगल है ये 180 होएगा, ये 45 माइनस कर दो, बाकी रह जाएगा ये वाला एंगल। सो आ गया 180 माइनस 45। T2 जे T2 फोर्स लैने तो एंगल असी देखना एंगल बिटवीन T1 एंड फोर्स M के जी। सो ये पूरा एंगल 180 होंदा, उहदे चों 60 माइनस कर दो, सो 180 माइनस 60, 180 माइनस 60। W एंगल बिटवीन T1 एंड T2 60 प्लस 45, सो साइन ऑफ 60 प्लस 45 डिग्री। उम्मीद करदा कि तुहानूं समझ आ ही रही होएगी, ठीक है जी। एंगल बिटवीन T1 एंड T2 60 प्लस 45। हुण आपां इहनूं करांगे सिंपलीफाई, T1 ओवर साइन 45, T2 ओवर साइन ऑफ 60 एंड W के जी नॉट W के जी सॉरी M, मास M है, वो तो सानू ना टेंशन गिवन है, वो असीं बाद विच यूज़ करनी है। वो सानू गिवन है कि जो सानू स्ट्रिंग गिवन है दो, ये जो सानू स्ट्रिंग्स गिवन है वो मैक्सीमम कितनी टेंशन चल सकदियां, मैक्सीमम टेंशन गिवन है W। सो मास असीं M सपोज किया, सो M लैना असीं इत्थे ना कि W। M साइन 60 प्लस 45 का फार्मूला लगाना पाएगा, साइन A कॉस ऑफ B कॉस ऑफ 60 तो साइन ऑफ 45। थोड़ा सिंपलीफाई करिए,
सो T1 ओवर 1 ओवर अंडर रूट 2, T2 ओवर अंडर रूट 3 ओवर 2, M ओवर अंडर रूट 3 ओवर 2, 1 ओवर अंडर रूट 2 प्लस 1 ओवर 2 तो 1 ओवर अंडर रूट 2। ਹੁਣ ਜੇ ਅਸੀਂ 2 ਅੰਡਰ 2 ਨਾਲ ਮਲਟੀਪਲਾਈ ਕਰ ਦਈਏ ਤਾਂ ਸਾਡੇ ਕੋਲ ਆ ਜਾਏਗਾ T1/2, T2 ਓਵਰ ਅੰਡਰ ਰੂਟ 6 ਆ ਜਾਏਗਾ ਇੱਥੇ ਆ ਜਾਏਗਾ M ਓਵਰ ਅੰਡਰ ਰੂਟ 3 ਪਲੱਸ 1 ਇੰਨਾ ਆ ਜਾਏਗਾ। ਸੋ ਫਸਟ ਮੈਂਬਰ ਤੇ ਲਾਸਟ ਮੈਂਬਰ ਨੂੰ ਜੇ ਬਰਾਬਰ ਰੱਖੋਗੇ ਉੱਥੋਂ T1 ਦੀ ਵੈਲਿਊ ਆ ਜਾਏਗੀ, ਸੈਕਿੰਡ ਮੈਂਬਰ ਥਰਡ ਮੈਂਬਰ ਨੂੰ ਇਕੁਅਲ ਰੱਖੋਗੇ ਉੱਥੋਂ T2 ਦੀ ਵੈਲਿਊ ਆ ਜਾਏਗੀ। ਸੋ T1 ਕਿੰਨਾ ਆ ਗਿਆ, ਕ੍ਰੋਸ ਮਲਟੀਪਲਾਈ ਕਰ ਦਿਓ 2 ਦੇ ਨਾਲ, 2M ਉਹ ਆ ਗਿਆ 2M ਓਵਰ ਅੰਡਰ ਰੂਟ 3 ਪਲੱਸ 1। T2 ਕਿੰਨਾ ਆ ਗਿਆ, ਸੋ T2 ਦੀ ਵੈਲਿਊ ਆ ਗਈ। ਹੁਣ ਇਹਨੂੰ ਇਹਦੇ ਨਾਲ ਇਕੁਅਲ ਰੱਖ ਕੇ ਕ੍ਰੋਸ ਮਲਟੀਪਲਾਈ ਕਰ ਦਿਓ, ਉਹ ਆ ਗਿਆ ਅੰਡਰ ਰੂਟ 6M ਓਵਰ ਅੰਡਰ ਰੂਟ 3 ਪਲੱਸ 1 ਇੰਨਾ ਆ ਗਿਆ। ਸੋ ਸਾਨੂੰ T1 ਟੈਂਸ਼ਨ ਵੀ ਮਿਲ ਗਈ, T2 ਟੈਂਸ਼ਨ ਵੀ ਮਿਲ ਗਈ। ਹੁਣ ਇਹ ਦੇਖੋ ਕਿ ਇਹਨਾਂ 'ਚੋਂ ਗ੍ਰੇਟਰ ਕਿਹੜੀ ਆ। M ਤਾਂ ਸੇਮ ਦੋਨਾਂ ਸਾਈਡਾਂ 'ਤੇ ਆ ਰਿਹਾ, ਅੰਡਰ 3 ਪਲੱਸ 1 ਵੀ ਸੇਮ ਆ ਰਿਹਾ। ਸੋ ਅਸੀਂ ਕੰਪੈਰੀਜ਼ਨ ਕਰਕੇ ਦੇਖਣਾ ਕਿ ਇਹਨਾਂ 'ਚੋਂ ਕਿਹੜਾ ਗ੍ਰੇਟਰ ਆ। ਵੈਸੇ ਤੁਹਾਨੂੰ ਅੰਡਰ 6 ਦੀ ਵੈਲਿਊ ਪਤਾ ਹੋਏਗੀ, ਜੇ ਨਹੀਂ ਵੀ ਪਤਾ ਤਾਂ ਤੁਸੀਂ ਮੰਨ ਲਓ ਕਿ ਅੰਡਰ ਰੂਟ 6 ਗ੍ਰੇਟਰ ਆ। ਜੇ ਨਹੀਂ ਵੀ ਪਤਾ ਤਾਂ ਮੰਨ ਲਓ ਕਿ ਅੰਡਰ ਰੂਟ 6 ਗ੍ਰੇਟਰ ਆ। ਜੇ ਤੁਹਾਨੂੰ ਨਹੀਂ ਪਤਾ ਕਿ ਅੰਡਰ ਰੂਟ 6 ਦੀ ਵੈਲਿਊ ਕਿੰਨੀ ਹੁੰਦੀ, ਤੁਸੀਂ ਸਪੋਜ਼ ਕਰ ਲਓ ਕਿ ਅੰਡਰ ਰੂਟ 6 ਗ੍ਰੇਟਰ ਆ 2 ਦੇ ਨਾਲੋਂ। ਓਕੇ, ਸਪੋਜ਼ ਕਰ ਲਿਆ। ਕੀ ਕਰੋਗੇ, ਸਕੇਅਰਿੰਗ ਕਰ ਦਿਓ। ਸਕੇਅਰਿੰਗ ਕਰੋਗੇ, ਇੱਧਰ 6 ਆ ਗਏ ਅਤੇ ਇੱਧਰ ਆ ਗਏ 4। ਸੋ ਵਿਚ ਇਜ਼ ਟਰੂ। ਵਾਕਿਆ 6 ਵੱਡੇ ਹੁੰਦੇ 4 ਨਾਲੋਂ, ਇਸ ਕਰਕੇ ਜੋ ਅਸੀਂ ਸਪੋਜ਼ ਕੀਤਾ ਸਹੀ ਕੀਤਾ। ਸੋ ਅੰਡਰ ਰੂਟ 6 ਵਾਲੀ ਟਰਮ ਜਿਹੜੀ ਆ ਉਹ ਗ੍ਰੇਟਰ ਹੋਏਗੀ। ਸੋ T2 ਇਜ਼ ਗ੍ਰੇਟਰ ਦੈਨ T1। ਸੋ ਵਿਚ ਇੰਪਲਾਈਜ਼, ਸੋ T2 ਕੀ ਹੋ ਗਿਆ ਸਾਡਾ, ਗ੍ਰੇਟਰ ਦੈਨ T1 ਹੋ ਗਿਆ। ਕਹਿਣ ਦਾ ਮੀਨਿੰਗ ਇਹ ਹੋਇਆ ਕਿ T2 ਜਿਹੜੀ ਟਰਮ ਆ ਨਾ ਸਾਡੀ, ਇਹ ਵਾਲੀ T2 ਟੈਂਸ਼ਨ ਆ, ਇਹਦੇ 'ਚ ਟੈਂਸ਼ਨ ਜ਼ਿਆਦਾ ਪੈਗੀ, ਇਹ 'ਚ ਖਿੱਚ ਜ਼ਿਆਦਾ ਪੈਗੀ। ਸੋ ਸਾਨੂੰ ਮੈਕਸੀਮਮ ਟੈਂਸ਼ਨ ਕਿੰਨੀ ਗਿਵਨ ਆ, W। ਨਾਓ ਮੈਕਸੀਮਮ ਟੈਂਸ਼ਨ ਕਿੰਨੀ ਗਿਵਨ ਆ, ਗ੍ਰੇਟੈਸਟ ਟੈਂਸ਼ਨ ਸਾਨੂੰ WKG ਗਿਵਨ ਆ। ਅਤੇ ਸਾਡੇ ਕੋਲ T2 ਆ ਮੈਕਸੀਮਮ, ਇਹਨਾਂ ਨੂੰ ਅਸੀਂ ਇਕੁਅਲ ਰੱਖਾਂਗੇ ਅੰਡਰ ਰੂਟ 6M ਅੰਡਰ ਰੂਟ 3 ਪਲੱਸ 1 ਇਜ਼ ਇਕੁਅਲ ਟੂ W। ਸੋ ਇੱਥੋਂ ਤੁਸੀਂ M ਕੈਲਕੂਲੇਟ ਕਰਨਾ ਕ੍ਰੋਸ ਮਲਟੀਪਲਾਈ ਕਰਕੇ। ਸੋ ਉਹ ਆ ਗਿਆ ਸਾਡੇ ਕੋਲ ਅੰਡਰ ਰੂਟ 3 ਪਲੱਸ 1 ਓਵਰ ਅੰਡਰ ਰੂਟ 6 ਇੰਟੂ W। ਸੋ ਇਹ ਸਾਡਾ ਆਨਸਰ ਆ ਗਿਆ। ਇਹੀ ਅਸੀਂ ਫਾਈਂਡ ਕਰਨਾ ਸੀ ਕਿ ਕਿੰਨਾ ਇੱਥੇ ਵੇਟ ਕਨੈਕਟ ਕਰੀਏ, ਉਹ ਅਸੀਂ M ਸਪੋਜ਼ ਕੀਤਾ ਹੋਇਆ ਸੀ, ਉਹ ਸਾਡਾ ਆ ਗਿਆ ਆਨਸਰ। ਆਨਸਰ ਚੈੱਕ ਕਰ ਲਈਏ, ਬਿਲਕੁਲ ਸਹੀ ਹੈ ਜੀ। ਅੰਡਰ ਰੂਟ 3 ਪਲੱਸ 1 ਓਵਰ ਅੰਡਰ ਰੂਟ 6 ਇੰਟੂ WKG। ਸੋ ਇਹ ਇਸ ਕੁਐਸਚਨ ਦਾ ਹੋ ਗਿਆ ਆਨਸਰ। ਉਮੀਦ ਕਰਦਾ ਕਿ ਤੁਹਾਨੂੰ ਸਮਝ ਆ ਗਈ ਹੋਏਗੀ। ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਨਾਲ ਦੀ ਨਾਲ ਲਾਈਕ ਵਾਲਾ ਬਟਨ ਵੀ ਤੁਸੀਂ ਘੱਟ ਪ੍ਰੈਸ ਕਰਦੇ ਆ, ਅਤੇ ਬਾਕੀ ਸਟੂਡੈਂਟ ਨੂੰ ਤੁਸੀਂ ਸ਼ੇਅਰ ਵੀ ਕਰਨਾ। ਸੋ ਲਾਈਕ ਵੀ ਕਰ ਦਿਓ, ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਐਕਸਰਸਾਈਜ਼ ਸਮਝ ਆ ਗਈ ਚੰਗੀ ਤਰ੍ਹਾਂ। ਜੇ ਨਹੀਂ ਆਈ ਤਾਂ ਵੀ ਦੱਸਿਓ, ਫਿਰ ਆਪਾਂ ਰਿਪੀਟ ਕਰ ਦਾਂਗੇ, ਜਾਂ ਤੁਸੀਂ ਵਾਰ-ਵਾਰ ਵੀਡੀਓ ਨੂੰ ਦੇਖ ਸਕਦੇ ਆ। ਓਕੇ ਜੀ, ਹੁਣ ਅਸੀਂ 3rd ਚੈਪਟਰ ਸ਼ੁਰੂ ਕਰਨ ਜਾ ਰਹੇ ਹਾਂ ਨੈਕਸਟ ਲੈਕਚਰ ਦੇ ਅੰਦਰ। ਥੈਂਕ ਯੂ।